ਕਹਾਣੀਆਂ ਕਹਾਣੀਆਂ ਚੜ੍ਹਦੇ ਤੇ ਲਹਿੰਦੇ ਦੀਆਂ, ਮਾਝੇ ਮਾਲਵੇ ਦੁਆਬ ਤੇ ਪੁਆਧ ਦੀਆਂ ਕਹਾਣੀਆਂ ਪੰਜਾਬ ਦੀਆਂ। ਮੰਗਣੀ ਤੋਂ ਅਗਲੇ ਦਿਨ ਮੈਂ ਸਕੂਲ ਵਾਪਸ ਪਰਤ ਆਈ ਤੇ ਉਹਨਾਂ ਵੀ ਜਮਨਾ ਨਗਰ ਲਾਗੇ ਆਪਣਾ ਸਕੂਲ ਜੁਆਇਨ ਕਰ ਲਿਆ। ਕੁਝ ਦਿਨਾਂ ਬਾਅਦ ਹੀ ਸਕੂਲ ਦੇ ਪਤੇ ਤੇ ਇੱਕ ਚਿੱਠੀ ਆਈ। ਲਿਖਤਮ ਗੁਰਪਾਲ ਸਿੰਘ ਜੀ ਹੀ ਸਨ। ਕਿੰਨੀਆਂ ਹੀ ਗੱਲਾਂ ਲਿਖਣ ਮਗਰੋਂ ਅਖੀਰ ਵਿੱਚ ਇੱਕ ਤਾਕੀਦ ਕੀਤੀ ਹੋਈ ਸੀ ਕਿ ਇਸ ਦਾ ਜਵਾਬ ਇੱਕ ਚਿੱਠੀ ਦੇ ਰਾਹੀਂ ਭੇਜਿਆ ਜਾਏ। ਕਿੰਨੇ ਦਿਨ ਲੰਘ ਗਏ, ਛੱਛੋ 5 ਵਿੱਚ ਪਈ ਕੋਲੋਂ ਕੋਈ ਜਵਾਬ ਹੀ ਨਾ ਲਿਖਿਆ ਗਿਆ। ਫਿਰ ਇੱਕ ਦਿਨ ਅੱਧੀ ਛੁੱਟੀ ਵੇਲੇ ਚੌਂਕੀਦਾਰ ਇੱਕ ਰੁੱਕਾ ਫੜਾ ਗਿਆ। ਕੰਬਦੇ ਹੱਥਾਂ ਨਾਲ ਜਦੋਂ ਖੋਲ੍ਹਿਆ ਤਾਂ ਇਸ ਵੇਰ ਵੀ ਗੁਰਪਾਲ ਜੀ ਦਾ ਹੀ ਇੱਕ ਸੁਨੇਹਾ ਸੀ। ਸੁਨੇਹਾ ਕਾਹਦਾ? ਗਿਲੇ ਸ਼ਿਕਵਿਆਂ ਦੀ ਪੂਰੀ ਪੰਡ ਵਰਕੇ ਤੇ ਉਤਾਰ ਦਿੱਤੀ ਸੀ ਕਿ ਇੰਨੇ ਦਿਨ ਹੋ ਗਏ ਤੁਹਾਡਾ ਜਵਾਬ ਉਡੀਕਦਿਆਂ ਨੂੰ, ਤੁਸੀਂ ਜਵਾਬ ਹੀ ਨਹੀਂ ਦਿੱਤਾ ਕੋਈ। ਮੈਂ ਫਿਰ ਚੁੱਪ ਜਿਹੀ ਧਾਰ ਲਈ। ਪਰਿਵਾਰਕ ਮਾਹੌਲ ਐਸਾ ਕਿ ਲਾਵਾਂ ਫੇਰਿਆਂ ਤੋਂ ਪਹਿਲਾਂ ਇਹ ਸਭ ਕੁਝ ਪੂਰੀ ਤਰ੍ਹਾਂ ਵਰਜਿਤ, ਕੁਝ ਵੀ ਨਹੀਂ। ਅਗਲੇ ਕੁਝ ਦਿਨਾਂ ਤੱਕ ਚੌਂਕੀਦਾਰ ਨੂੰ ਵੀ ਕੋਈ ਹੋਰ ਰੁੱਕਾ ਫੜਾ ਕੇ ਨਾ ਗਿਆ। ਫਿਰ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਸੱਚਮੁੱਚ ਗੁੱਸਾ ਕਰ ਲਿਆ ਉਹਨਾਂ ਨੇ। ਫਿਰ ਇੱਕ ਦਿਨ ਲੋਰ ਵਿੱਚ ਆਈ ਨੇ ਕਾਗਜ਼ ਪੈਨ ਫੜ ਹੀ ਲਿਆ। ਇੱਕ ਵੇਰ ਕੁਝ ਲਿਖਦੀ ਤੇ ਫਿਰ ਕੁਝ ਸੋਚ ਫੜ ਦਿਆ ਕਰਦੀ। ਅਖੀਰ ਹਾਲੇ ਦਿਲ ਬਿਆਨ ਕਰ ਚਿੱਠੀ ਪੋਸਟ ਕਰ ਹੀ ਦਿੱਤੀ। ਵਿੱਚ ਲਿਖਿਆ ਸੀ ਕਿ ਬੜਾ ਜੀ ਕਰਦਾ ਕਿਸੇ ਦਿਨ ਇਕੱਲੀ ਬੈਠੀ ਆਪਣੇ ਧਿਆਨ ਕੰਮ ਕਰਦੀ ਹੋਵਾਂ। ਤੁਸੀਂ ਪਿੱਛੋਂ ਦੀ ਦੱਬੇ ਪੈਰੀਂ ਆਵੋ ਤੇ ਆਪਣੇ ਹੱਥਾਂ ਨਾਲ ਮੇਰੀਆਂ ਦੋਵੇਂ ਅੱਖੀਆਂ ਢੱਕ ਦੇਵੋ, ਤੇ ਜਦੋਂ ਮੈਂ ਹੱਥ ਪਰੇ ਹਟਾਉਣ ਵਿੱਚ ਨਾਕਾਮਯਾਬ ਹੋ ਜਾਵਾਂ ਤਾਂ ਤੁਸੀਂ ਅੱਗੋਂ ਇੱਕ ਸ਼ਰਤ ਰੱਖ ਦੇਵੋ ਕਿ ਤਾਂ ਹੀ ਹਟਾਵਾਂਗਾ ਹੱਥ ਜੇ ਮੇਰੀ ਪੱਗ ਦੀ ਪੂਣੀ ਕਰਾਏਂਗੀ। ਤੇ ਮੈਂ ਅੱਗੋਂ ਸ਼ਰਤ ਮੰਨਦੀ ਹੋਈ ਹਾਂ ਵਿੱਚ ਸਿਰ ਮਾਰ ਦੇਵਾਂ, ਤੇ ਜਦੋਂ ਤੁਹਾਡੇ ਹੱਥਾਂ ਦੀ ਪਕੜ ਥੋੜ੍ਹੀ ਜਿਹੀ ਢਿੱਲੀ ਹੋ ਜਾਵੇ ਤਾਂ ਮੈਂ ਇੰਨਾ ਆਖਦੀ ਹੋਈ ਦੂਰ ਭੱਜ ਜਾਵਾਂ। ਇੰਜ ਕਿਉਂ ਕਰਦੇ ਪਏ ਹੋ? ਤੁਹਾਨੂੰ ਨਹੀਂ ਪਤਾ ਬੱਚੇ ਦੇਖ ਰਹੇ ਨੇ। ਚਿੱਠੀ ਪੋਸਟ ਤਾਂ ਕਰ ਦਿੱਤੀ, ਪਰ ਕਿੰਨੇ ਦਿਨ ਅਰਦਾਸਾਂ ਹੀ ਕਰਦੀ ਰਹੀ ਕਿ ਰੱਬ ਕਰੇ ਚਿੱਠੀ ਮਿਲੇ ਹੀ ਨਾ। ਪਤਾ ਨਹੀਂ ਲੋਰ ਵਿੱਚ ਆਈ ਨੇ ਕੀ ਊਟ ਪਟਾਂਗ ਲਿਖ ਦਿੱਤਾ ਸੀ। ਜੇ ਕਿਸੇ ਹੋਰ ਦੇ ਹੱਥ ਆ ਗਈ ਤਾਂ ਫੇਰ। ਇੱਕ ਹੋਰ ਗੱਲ ਦੱਸਾਂ, ਮੇਰੀ ਹੋਣ ਵਾਲੀ ਨਿੱਕੀ ਨਨਾਣ ਵੀ ਉਸੇ ਸਕੂਲ ਵਿੱਚ ਹੀ ਪੜ੍ਹਾਉਂਦੀ ਸੀ। ਮੈਨੂੰ ਡਰ ਤਾਂ ਉਹਦਾ ਸੀ। ਖੈਰ, ਹਫ਼ਤਾ ਲੰਘਿਆ, ਫਿਰ 2, ਫਿਰ ਮਹੀਨਾ, 2 ਮਹੀਨੇ, ਕੋਈ ਜਵਾਬ ਨਾ ਆਇਆ ਤਾਂ ਪੱਕਾ ਯਕੀਨ ਹੋ ਗਿਆ ਕਿ ਚਿੱਠੀ ਲਿਖੇ ਹੋਏ ਪਤੇ ਤੇ ਅੱਪੜੀ ਹੋਈ ਨਹੀਂ। ਫਿਰ ਇਸ ਚਿੱਠੀ ਵਾਲੀ ਗੱਲ ਨੂੰ ਮੈਂ ਭੁੱਲ ਗਈ। ਸਕੂਲ ਵੱਲੋਂ ਟ੍ਰੇਨਿੰਗ ਲੱਗੀ ਸੀ ਅੰਬਾਲੇ 'ਚ। ਸਾਨੂੰ ਸਾਰੀਆਂ ਟੀਚਰਾਂ ਨੂੰ ਅੰਬਾਲੇ ਜਾਣਾ ਪੈ ਗਿਆ। ਦੂਰ ਸਕੂਲਾਂ ਤੋਂ ਤਕਰੀਬਨ 100 ਕੁ ਟੀਚਰ ਆਏ ਹੋਏ ਸਨ। ਸਾਰੇ ਇੱਕੋ ਹੋਸਟਲ ਵਿੱਚ ਹੀ ਠਹਿਰੇ ਸਨ। ਇੱਕ ਦਿਨ ਸਵੇਰੇ ਤੁਰਨ ਲੱਗੀ ਹੀ ਸਾਂ ਕਿ ਕਾਹਲੀ ਵਿੱਚ ਚੁੰਨੀ ਤੇ ਸਬਜ਼ੀ ਡੁੱਲ ਗਈ।
ਕੋਲ ਪਏ ਮੱਗ ਵਿੱਚ ਪਾਣੀ ਭਰ ਕੇ ਅਜੇ ਚੁੰਨੀ ਦੀ ਮੈਲੀ ਹੋਈ ਕਿਨਾਰੀ ਵਿੱਚ ਡੁੱਬੀ ਹੀ ਸੀ ਕਿ ਕਿਸੇ ਨੇ ਅੱਛੋ ਭੋਲੇ ਜਿਹੇ ਆ ਮੇਰੀਆਂ ਦੋਵੇਂ ਅੱਖਾਂ 'ਤੇ ਹੱਥ ਰੱਖ ਦਿੱਤੇ। ਇਸ ਤੋਂ ਪਹਿਲਾਂ ਕਿ ਕੁਝ ਸਮਝ ਆਉਂਦੀ, ਕਿਸੇ ਜਾਣੀ ਪਛਾਣੀ ਆਵਾਜ਼ ਦੇ ਮਿੱਠੇ ਜਿਹੇ ਬੋਲ ਕੰਨੀ ਪੈਣੇ ਸ਼ੁਰੂ ਹੋ ਗਏ। ਅੱਜ ਤੇ ਪੂਣੀ ਕਰਵਾਏ ਬਗੈਰ ਨਾ ਤੇ ਅੱਖਾਂ ਤੋਂ ਹੱਥ ਹੀ ਹਟਣੇ ਨੇ ਤੇ ਨਾ ਹੀ ਦੌੜਨ ਦੇਣਾ, ਕਿਉਂਕਿ ਅੱਜ ਤੇ ਬੱਚੇ ਵੀ ਨਹੀਂ ਦੇਖ ਰਹੇ। ਮੈਂ ਧੌਣ ਘੁਮਾ ਕੇ ਵੇਖਿਆ ਤੇ ਗੁਰਪਾਲ ਸਿੰਘ ਜੀ ਸਨ। ਅਸੀਂ ਦੋਵੇਂ ਮੁਸਕਰਾ ਪਏ। ਫੇਰ ਪਤਾ ਨਹੀਂ ਕਿੰਨਾ ਹੀ ਚਿਰ ਅਸੀਂ ਦਿਲ ਦੀਆਂ ਗੱਲਾਂ ਕਰਦੇ ਰਹੇ, ਗੱਲਾਂ ਇਕਰਾਰਾਂ ਦੀਆਂ, ਪਾਕ ਮੁਹੱਬਤਾਂ ਦੀਆਂ। ਫੇਸਬੁੱਕ, ਵਟਸਐਪ, ਮੋਬਾਈਲ ਅਤੇ ਲੈਪਟਾਪਾਂ ਤੋਂ ਮਹਿਰੂਮ ਉਹਨਾਂ ਸਰਲ ਤੇ ਸਪਸ਼ਟ ਜ਼ਮਾਨਿਆਂ ਵਿੱਚ ਪਿਆਰ ਮੁਹੱਬਤਾਂ ਦੇ ਸਰੂਪ ਵੀ ਕੁਝ ਇੱਦਾਂ ਦੇ ਹੁੰਦੇ ਹੋਣਗੇ ਸ਼ਾਇਦ। ਦੋਸਤੋ, ਹਰਪ੍ਰੀਤ ਸਿੰਘ ਜਵੰਦਾ ਜੀ ਦੁਆਰਾ ਲਿਖਿਆ ਇਹ ਕਿੱਸਾ ਉਹਨਾਂ ਸਮਿਆਂ ਦੀ ਬਾਤ ਪਾਉਂਦਾ ਹੈ ਜਦੋਂ ਮਿੱਤਰ ਪਿਆਰਿਆਂ ਦੀ ਸੋਹਣੀ ਸੂਰਤ ਦੇ ਬਿੰਦ ਘਪਾਰ ਲਈ ਹੋਏ ਸਬੱਬੀ ਦਰਸ਼ਨਾਂ ਦਾ ਸਰੂਰ ਸਿਆਲ ਦੇ ਕੋਹਰੇ ਵਾਂਗ ਭਾਵੇਂ ਕਈ ਹਫ਼ਤੇ ਜ਼ਹਿਨ 'ਤੇ ਛਾਇਆ ਰਹਿੰਦਾ ਸੀ। ਪਰ ਮਜਾਲ ਹੈ ਕੋਈ ਹਾਦਸਾ ਵਾਪਰ ਜਾਵੇ, ਕਿਉਂਕਿ ਉਦੋਂ ਰਫ਼ਤਾਰ ਅਤੇ ਭਾਵਨਾਵਾਂ ਦੋਵੇਂ ਇਨਸਾਨ ਦੇ ਕਾਬੂ ਵਿੱਚ ਹੁੰਦੀਆਂ ਸਨ। ਦੋਸਤੋ, ਪੰਜਾਬ ਦੀ ਇਸ ਧਰਤ 'ਤੇ ਕਈ ਮੁਹੱਬਤਾਂ ਜੰਮੀਆਂ ਤੇ ਪ੍ਰਵਾਨ ਚੜ੍ਹੀਆਂ। ਇਸ ਪੰਜਾਬ ਦੀ ਪ੍ਰੀਤੀ ਧੂੜ ਉੱਡਦੀ ਹੋਈ ਕਦੀ ਹੀਰ ਦੇ ਬਾਗ ਵਿੱਚ ਆਈ ਤੇ ਕਦੀ ਸੱਸੀ ਦੇ ਪੈਰਾਂ ਦੇ ਛਾਲਿਆਂ ਦੀ ਗਵਾਹ ਬਣੀ। ਇਸ ਨੇ ਫਰਹਾਦ ਦੇ ਥੋੜੇ ਦੇ ਵਾਰ ਤੇ ਯੂਸਫ ਦੇ ਰਿਸ ਦੇ ਜ਼ਖਮ ਵੀ ਤੱਕੇ ਨੇ। ਇਹ ਪੰਜਾਬ ਦੀਆਂ ਹਵਾਵਾਂ ਨੇ ਪ੍ਰੀਤ ਦੀ ਉਦੋਂ ਸਿਖਰ ਦੇਖੀ ਜਦੋਂ ਪੰਜਾਬ ਦੇ ਜਾਇਆਂ ਨੂੰ ਰਾਵੀ ਕੰਢੇ ਵੱਜਦੀ ਰੂਹਾਨੀ ਰਬਾਬੀ ਧੁਨਾਂ ਨਾਲ ਮੁਹੱਬਤ ਹੋ ਗਈ। ਫਿਰ ਜਦੋਂ ਹਵਾਵਾਂ ਨੇ ਸਤਲੁਜ ਦੇ ਪਾਣੀਆਂ ਨਾਲ ਸਾਂਝੀਆਂ ਪਾਈਆਂ ਤਾਂ ਇਹ ਪੰਜਾਬੀ ਆਨੰਦਪੁਰੋਂ ਆਉਂਦੀ ਰਣਜੀਤ ਨਗਾਰੇ ਦੀ ਆਵਾਜ਼ ਨਾਲ ਮੁਹੱਬਤ ਕਰ ਬੈਠੇ। ਹੁਣ ਵੀ ਜਦੋਂ ਪੰਜਾਬ ਵਿੱਚ ਮੁਹੱਬਤਾਂ ਦਾ ਹੜ੍ਹ ਆਉਂਦਾ ਤਾਂ ਇਸ ਦੇ ਜਾਏ ਪ੍ਰੀਤ ਸੁਨੇਹੇ ਵੰਡਣ ਜੰਗ ਦੇ ਮੈਦਾਨਾਂ ਤਾਈਂ ਪਹੁੰਚ ਜਾਂਦੇ ਨੇ। ਸ਼ਾਲਾ ਪੰਜਾਬ ਅਜਿਹੀਆਂ ਮੁਹੱਬਤਾਂ ਹਮੇਸ਼ਾ ਵੰਡਦਾ ਰਹੇ। ਪੰਜਾਬ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ। ਰੱਬ ਰਾਖਾ।